ਇਹ ਜਿਹੜੀ ਅਵੇਅਰਨੈਸ ਹੈ ਔਰ ਮਤਲਬ ਜਿਹੜਾ ਤੁਹਾਡਾ ਵਿਜ਼ਨ ਹੈ, ਇਹ ਸਾਰਾ ਇੱਕ ਫੁੱਲ ਫਲੈਜ ਜਿਹੜਾ ਮਤਲਬ ਤੁਸੀਂ ਇੱਕ ਅਦਾਰਾ ਦੇਣਾ ਚਾਹ ਰਹੇ ਹੋ, ਇੰਸਟੀਟਿਊਸ਼ਨ ਦੇਣਾ ਚਾਹ ਰਹੇ ਹੋ, ਇਹ ਸਿਰਫ ਪੋਲੀਟੀਕਲ ਹੈ ਜਾਂ ਇਹ ਸੋਸ਼ਲ ਹੈ? आई एम सॉरी टू से जी, PCCI ਦਾ ਕੋਈ ਪੋਲੀਟੀਕਲ ਵਜੂਦ ਨਹੀਂ ਹੈ, ਕੋਈ ਸਮਝ ਲਓ ਕਿ ਰਿਲੀਜੀਅਸ ਵਜੂਦ ਨਹੀਂ ਹੈ, ਲੇਕਿਨ PCCI ਇੱਕ ਤਹਿਰੀਕ ਹੈ, ਕਿਉਂਕਿ PCCI ਦਾ ਮਕਸਦ ਇਹ ਵੇ ਕਿ ਇੱਕ ਲੋਕਾਂ ਦੇ ਵਿੱਚ ਨਵੀਂ ਰੂਹ ਜਿਹੜੀ ਉਹ ਫੂਕ ਦਿੱਤੀ ਜਾਏ, ਤੇ ਜਦੋਂ ਕੋਈ ਤਹਿਰੀਕਾਂ ਸ਼ੁਰੂ ਹੁੰਦੀਆਂ ਨੇ ਤੇ ਫਿਰ ਉਹ ਤਹਿਰੀਕਾਂ ਕਾਮਯਾਬ ਉਸ ਸੂਰਤ ਵਿੱਚ ਹੀ ਹੁੰਦੀਆਂ ਨੇ ਜੇ ਉਹਨਾਂ ਦਾ ਕੋਈ ਲਾਲਚ ਜਾਂ ਕੋਈ ਜ਼ਾਤੀ ਇੰਟਰਸਟ ਨਾ ਹੋਏ। ਤੇ PCCI ਦਾ ਜ਼ਾਤੀ ਕੋਈ ਇੰਟਰਸਟ ਨਹੀਂ, ਨਾ ਤੇ ਉਹ ਸਿਆਸੀ ਤੌਰ ਤੇ ਕੁਝ ਅੱਗੇ ਆਉਣਾ ਚਾਹੁੰਦੀ ਹੈ ਕਿ ਕੱਲ੍ਹ ਨੂੰ ਆਪਣੇ ਲੋਕਾਂ ਨੂੰ ਕੋਈ MPA ਬਣਾਏ, MNA ਬਣਾਏ, ਸੈਨੇਟਰ ਬਣਾਏ, ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਸੂਰਤ ਹਾਲ ਅਸੀਂ ਪੈਦਾ ਕਰਨਾ ਚਾਹੁੰਦੇ ਹਾਂ ਕਿ ਕਿਸੇ ਇੱਕ ਚਰਚ ਨੂੰ ਲੈ ਕੇ ਤੇ ਅਸੀਂ ਜਿਹੜਾ ਉਹਨੂੰ ਪ੍ਰਮੋਟ ਕਰੀਏ ਤੇ ਬਾਕੀ ਚਰਚਸ ਨੂੰ ਅਸੀਂ ਜਿਹੜਾ ਉਹ ਨਜ਼ਰਅੰਦਾਜ਼ ਕਰੀਏ। ਨਹੀਂ, ਇਸ ਤਰ੍ਹਾਂ ਦਾ ਸਾਡਾ ਕੋਈ ਮਕਸਦ ਨਹੀਂ। ਸਾਡਾ ਮਕਸਦ ਹੈ ਕਿ ਅਸੀਂ ਚਰਚ ਲੀਡਰਸ਼ਿਪ ਨੂੰ, ਅਸੀਂ ਰਿਲੀਜੀਅਸ ਲੀਡਰਸ਼ਿਪ ਨੂੰ, ਅਸੀਂ ਪੋਲੀਟੀਕਲ ਲੀਡਰਸ਼ਿਪ ਨੂੰ, ਸੋਸ਼ਲ ਲੀਡਰਸ਼ਿਪ ਨੂੰ, ਸਾਰਿਆਂ ਨੂੰ ਆਪਣਾ ਆਪਣਾ ਇੱਕ ਪਲੇਟਫਾਰਮ ਦਈਏ, ਆਪਣੀ ਉਹਨਾਂ ਦੀ ਕਮੇਟੀਆਂ ਬਣਾਈਏ ਤੇ ਉਹ ਫੁੱਲ ਫਲੈਜ ਜਿਹੜਾ ਇੰਡੀਪੈਂਡੈਂਟਲੀ ਕੰਮ ਕਰਨ, ਉਹਨਾਂ ਦੇ ਆਪਣੇ ਚੇਅਰਮੈਨ ਹੋਣ, ਲੇਕਿਨ ਇੱਕ ਮੈਨੇਜ ਕਰਨ ਵਾਸਤੇ ਕਮੇਟੀ ਜਿਹੜੀ ਹੈ ਉਹ PCCI ਉਹਨਾਂ ਨੂੰ ਬਣਾ ਕੇ ਦੇ ਤੇ ਉਹ ਸਾਰੇ ਜਿਹੜੇ ਨੇ ਆਪਣੀ ਆਪਣੀ ਫੀਲਡ ਦੇ ਵਿੱਚ ਅੱਗੇ ਵਧਣ। ਤੇ ਇਸ ਤਰ੍ਹਾਂ ਨਾ ਹੋਏ ਕਿ ਜਿਸ ਤਰ੍ਹਾਂ ਕਿ ਹੁਣ ਅਸੀਂ ਬਿਲਕੁਲ ਬਿਖਰੇ ਹੋਏ ਹਾਂ, ਸਾਨੂੰ ਸਮਝ ਨਹੀਂ ਆ ਰਹੀ। ਬੇਸਿਕਲੀ ਅਸੀਂ ਕ੍ਰਾਈਸਟ 'ਚ ਇੱਕ ਬੋਡੀ ਹਾਂ, ਲੇਕਿਨ ਇਹ ਬੋਡੀ ਜਿਹੜੀ ਹੈ ਹਾਲੇ ਤੱਕ ਇਸ ਤਰ੍ਹਾਂ ਹੀ ਹੈ ਕਿ ਕਿਧਰੇ ਅੱਖ ਕੰਮ ਨਹੀਂ ਕਰ ਰਹੀ, ਕਿਧਰੇ ਹੱਥ ਕੰਮ ਨਹੀਂ ਕਰ ਰਿਹਾ, ਜਾਂ ਹੱਥ ਜਿਹੜਾ ਅੱਖ ਦਾ ਕੰਮ ਕਰ ਰਿਹਾ, ਜਾਂ ਅੱਖ ਜਿਹੜੀ ਉਹ ਪੈਰ ਦਾ ਕੰਮ ਕਰ ਰਹੀ ਹੈ। ਬੜੇ ਡਿਸਟਰਬ ਹੋਏ ਹਾਂ ਅਸੀਂ, ਜਦ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਜਦੋਂ ਅਸੀਂ ਇਹ ਡਿਪਾਰਟਮੈਂਟਸ ਬਣਾਈਏ ਤੇ ਫਿਰ ਅੱਖ ਆਪਣਾ ਕੰਮ ਕਰੇ, ਕੰਨ ਆਪਣਾ ਕੰਮ ਕਰੇ, ਪੈਰ ਆਪਣਾ ਕੰਮ ਕਰਨ, ਤੇ ਇਹ ਸਾਰੀਆਂ ਚੀਜ਼ਾਂ ਰਲ ਕੇ ਤੇ ਕੰਪਲੀਟ ਇੱਕ ਕ੍ਰਾਈਸਟ ਬੋਡੀ ਬਣ, ਤੇ ਉਹ ਬੋਡੀ ਜਿਹੜੀ ਹੈ ਕ੍ਰਿਸਚੀਅਨਿਟੀ ਨੂੰ ਰਿਪਰੈਜ਼ੈਂਟ ਕਰੇ ਜੀ। ਇਹ ਤਾਂ ਬਹੁਤ ਅੱਛੀ ਗੱਲ ਹੈ, ਪਰ ਤੁਹਾਡਾ ਅਸਲ ਦੇ ਵਿੱਚ ਪਲਾਨ ਆਫ ਐਕਸ਼ਨ ਕੀ ਹੈ? ਪਲਾਨ ਆਫ ਐਕਸ਼ਨ ਵੇਖੋ ਨਾ, ਅਸੀਂ ਇਹ ਚਾਹ ਰਹੇ ਹਾਂ, ਜਿਸ ਤਰ੍ਹਾਂ ਕਿ ਪਹਿਲਾ ਸੈਮੀਨਾਰ ਅਸੀਂ ਅਰੇਂਜ ਕੀਤਾ ਸੀ ਜਿਹੜਾ ਕਿ ਬਦਕਿਸਮਤੀ ਦੇ ਨਾਲ ਸਮਝੋ ਕਿ ਪੋਸਟਪੋਨ ਕਰਨਾ ਪਿਆ ਲਾਹੌਰ ਦੇ ਹਾਲਾਤ ਦੀ ਵਜ੍ਹਾ ਤੋਂ, ਕਿਉਂਕਿ ਅਸੀਂ ਨਹੀਂ ਸਾਂ ਚਾਹੁੰਦੇ ਕਿ ਸਾਡੀ ਕਮਿਊਨਿਟੀ ਦੇ ਕਿਸੇ ਫਰਦ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਪਹੁੰਚੇ, ਇਸ ਲਈ ਅਸੀਂ ਇਹਨੂੰ ਪੋਸਟਪੋਨ ਕਰਤਾ। ਲੇਕਿਨ ਅਸੀਂ ਨਾ ਉਮੀਦ ਨਹੀਂ ਹਾਂ, ਆਉਣ ਵਾਲੇ ਵਕਤ 'ਚ ਸਾਡੇ ਬਹੁਤ ਸਾਰੇ ਨੁਮਾਇੰਦੇ ਪਾਕਿਸਤਾਨ 'ਚ ਮੌਜੂਦ ਨੇ, ਬਲਕਿ ਦੀਗਰ ਮਮਾਲਿਕ ਤੋਂ ਲੋਕ ਆਉਣਗੇ ਤੇ ਅਸੀਂ ਉਹ ਪ੍ਰੋਗਰਾਮ ਨੂੰ ਕੰਟੀਨਿਊ ਲੈ ਕੇ ਜਾਵਾਂਗੇ। ਪਹਿਲਾ ਜਿਹੜਾ ਪਲਾਨ ਆਫ ਐਕਸ਼ਨ ਸੀ ਉਹ ਇਹੀ ਸੀ ਕਿ ਅਸੀਂ ਇਹ ਸੈਮੀਨਾਰ ਕਰ ਰਹੇ ਸਾਂ। ਇਸ ਸੈਮੀਨਾਰ 'ਚ ਅਸੀਂ ਪਹਿਲੀ ਕੈਟੇਗਰੀ ਜਿਹੜੀ ਹੈ ਪੋਲੀਟੀਸ਼ੀਅਨਸ ਦੀ, ਉਹਨਾਂ ਨੂੰ ਬੁਲਾਇਆ ਸੀ। ਸਾਡੇ ਕੋਲ ਕਮ ਸੇ ਕਮ ਕੋਈ 14 ਪਾਕਿਸਤਾਨੀ ਕ੍ਰਿਸਚਨ ਸਿਆਸੀ ਪਾਰਟੀਆਂ ਦੇ ਲੀਡਰਸ ਜਿਹੜੇ ਹਨ ਉਹ ਲਾਈਨ 'ਤੇ ਸਨ, ਜਿਨ੍ਹਾਂ ਨੂੰ ਅਸੀਂ ਚਾਹ ਰਹੇ ਸਾਂ ਕਿ ਉਹਨਾਂ ਕੋਲ ਪੁੱਛੀਏ ਕਿ ਜਨਾਬ ਆਲਾ ਤੁਹਾਡਾ ਕੀ, ਤੁਹਾਡੇ ਕੋਲ ਮੌਕਫ ਹੈ ਤੁਹਾਡਾ, ਤੁਸੀਂ ਆਪਣੀ ਪਾਰਟੀ ਦੇ ਥਰੂ ਕਿਸ ਤਰੀਕੇ ਦੇ ਨਾਲ ਚਾਹੁੰਦੇ ਹੋ ਕਿ ਸਾਡੀ ਕਮਿਊਨਿਟੀ ਨੂੰ ਫਾਇਦਾ ਪਹੁੰਚੇ। ਜਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਉਹਨਾਂ ਕੋਲੋਂ ਚੀਜ਼ਾਂ ਲੈਂਦੇ ਤੇ ਉਹਦੇ ਬਾਅਦ ਅਸੀਂ ਉਹਨਾਂ ਦੀ ਇੱਕ ਕਮੇਟੀ ਬਣਾਉਣੀ ਸੀ। ਕਮੇਟੀ ਬਣਾ ਕੇ ਤੇ ਉਹਨਾਂ ਦੇ ਚੇਅਰਮੈਨ ਤੇ ਬਾਕੀ ਸਾਰੇ ਅਹੁਦੇ ਜਿਹੜੇ ਇਹਨਾਂ ਨੂੰ ਦੇਣੇ ਸਨ, ਜਿਹਨੂੰ ਕਿ ਅਸੀਂ ਸਪੋਰਟ ਕਰਨੀ ਸੀ। ਔਰ PCCI ਨੇ ਫਿਰ ਪ੍ਰੋਪਰਲੀ ਇੱਕ ਸੈਕਟਰੀਏਟ ਇੱਥੇ ਬਣਾ ਕੇ ਤੇ ਉਹਨਾਂ ਸਾਰੀਆਂ ਕਮੇਟੀਜ਼ ਨੂੰ ਮੀਨਸ ਕਿ ਪਲਾਨ ਆਫ ਐਕਸ਼ਨ ਇਹ ਹੈ ਕਿ ਅਸੀਂ ਇੱਥੇ ਇੱਕ ਸੈਕਟਰੀਏਟ ਬਣਾਉਣਾ ਚਾਹੁੰਦੇ ਹਾਂ, ਉਸ ਸੈਕਟਰੀਏਟ 'ਚ ਸਾਰੇ ਡਿਪਾਰਟਮੈਂਟ ਬਣਾਉਣਾ ਚਾਹੁੰਦੇ ਹਾਂ, ਤੇ ਉਹ ਡਿਪਾਰਟਮੈਂਟ ਜਿਹੜੇ ਨੇ ਫਿਰ ਆਪਣੀ ਆਪਣੀ ਫੀਲਡ ਦੇ ਵਿੱਚ ਕਮਿਊਨਿਟੀ ਦੀ ਡਿਵੈਲਪਮੈਂਟ ਤੇ ਉਹਨਾਂ ਦੀ ਖਿਦਮਤ ਕਰਨਗੇ। ਇੰਨੇ ਸਾਰੇ ਪੈਸੇ ਕਿੱਥੋਂ ਆਉਣਗੇ? ਸਰ ਇਹ ਪੈਸੇ ਜਿਹੜੇ ਨੇ ਫਿਲਹਾਲ ਤੇ ਕੋਈ ਇਹੋ ਜਿਹੀ ਸੋਚ ਨਹੀਂ ਹੈ ਕਿ ਪੈਸੇ ਕਿੱਥੋਂ ਆਉਣਗੇ, ਲੇਕਿਨ ਮੇਰੀ ਇੱਕ ਬੜੀ ਉਮੀਦ ਹੈ ਮੈਨੂੰ ਇਸ ਗੱਲ ਤੇ ਕਿ ਜਿਸ ਕੰਮ ਨੂੰ ਖੁਦਾ ਤੁਹਾਨੂੰ ਗਾਈਡ ਕਰਦਾ ਸਟਾਰਟ ਕਰਨ ਲਈ, ਜਦੋਂ ਤੁਸੀਂ ਉਹਨੂੰ ਸਟਾਰਟ ਕਰਦੇ ਹੋ ਤੇ ਫਿਰ ਖੁਦਾ ਤੁਹਾਨੂੰ ਮੁਹੱਈਆ ਕਰਦਾ ਹੈ। ਬੇਸਿਕਲੀ ਕਾਮਯਾਬੀ ਦੀ ਸਭ ਨਾਲੋਂ ਵੱਡੀ ਗੱਲ ਇਹ ਵੇ ਕਿ ਜਦੋਂ ਤੁਸੀਂ ਕੌਜ਼ ਲਈ ਖਲੋਂਦੇ ਹੋ ਤੇ ਫਿਰ ਦੀਗਰ ਚੀਜ਼ਾਂ ਤੁਹਾਨੂੰ ਨਾਲ ਖੁਦਾ ਮੁਹੱਈਆ ਕਰਦਾ ਹੈ, ਤੇ ਜਦੋਂ ਤੁਸੀਂ ਪੈਸੇ ਲਈ ਜਾਂ ਪੈਸੇ ਨੂੰ ਸੋਚ ਕੇ ਤੇ ਅੱਗੇ ਵਧਦੇ ਹੋ ਤੇ ਫਿਰ ਤੁਹਾਨੂੰ ਡਿਸਕਰੇਜਮੈਂਟ ਇਸ ਤਰ੍ਹਾਂ ਹੁੰਦੀ ਹੈ ਕਿ ਲੋਕ ਇਹ ਮਹਿਸੂਸ ਕਰਦੇ ਨੇ ਯਾਰ ਇਹਨਾਂ ਨੂੰ ਤਾਂ ਸ਼ਾਇਦ ਕੋਈ ਲਾਲਚ ਹੈ ਪੈਸੇ ਦਾ, ਤੇ ਇਸ ਲਈ PCCI ਨੂੰ ਪੈਸੇ ਦਾ ਕੋਈ ਲਾਲਚ ਨਹੀਂ। ਤੇ ਸਾਡੀਆਂ ਸਾਰੀਆਂ ਉਮੀਦਾਂ ਖੁਦਾ ਯਿਸੂ ਮਸੀਹ ਤੇ ਨੇ ਕਿ ਸਾਡੇ ਇਸ ਕੰਮ ਨੂੰ ਅੱਗੇ ਲਿਜਾਣ ਵਾਸਤੇ, ਕਿਉਂਕਿ ਸਾਡੀ ਨੀਅਤ ਠੀਕ ਹੈ, ਇਸ ਕੰਮ ਨੂੰ ਅੱਗੇ ਲਿਜਾਣ ਵਾਸਤੇ ਸਾਨੂੰ ਖੁਦਾ ਮੁਹੱਈਆ ਕਰੇਗਾ। ਸਾਨੂੰ ਬੜੇ ਅੱਛੇ ਲੋਕ ਸਾਨੂੰ ਮੁਹੱਈਆ ਕੀਤੇ ਨੇ ਖੁਦਾ ਨੇ ਇੰਟਰਨੈਸ਼ਨਲੀ, ਕਿ ਇਸ ਸੈਮੀਨਾਰ ਵਾਸਤੇ ਵੀ ਉਹਨਾਂ ਕੰਟਰੀਬਿਊਟ ਕੀਤਾ। ਅਸੀਂ ਸਾਰੇ ਜਿਹੜੇ ਰਲ ਕੇ ਆਪਣੀ ਨੇਕ ਕਮਾਈਆਂ ਜਿਹੜੀਆਂ ਨੇ ਉਹਨਾਂ 'ਚੋਂ ਥੋੜ੍ਹੇ ਪੈਸੇ ਜਿਹੜੇ ਨੇ ਉਹ ਇਕੱਠੇ ਕਰਨੇ ਹਰ ਮਹੀਨੇ, ਉਹਨਾਂ ਪੈਸਿਆਂ ਨੂੰ ਅਸੀਂ ਯੂਟਿਲਾਈਜ਼ ਕਰ ਰਹੇ ਹਾਂ ਕਿ ਆਪਣੇ ਇਸ ਟਾਰਗੇਟ ਨੂੰ ਅਚੀਵ ਕਰਨ ਵਾਸਤੇ ਉਹ ਪੈਸੇ ਯੂਜ਼ ਕੀਤੇ ਜਾਂਦੇ ਨੇ। ਸਾਡਾ ਕਿਧਰੇ ਕੋਈ ਸਿਲਸਿਲਾ ਨਹੀਂ, ਨਾ ਅਸੀਂ ਕੋਈ ਫੰਡਿੰਗ ਏਜੰਸੀ ਹਾਂ, ਨਾ ਅਸੀਂ ਕਿਸੇ ਫੰਡਿੰਗ ਏਜੰਸੀ ਤੋਂ ਕੋਈ ਸਪੋਰਟ ਲੈਣਾ ਚਾਹੁੰਦੇ ਹਾਂ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਕਿ ਇਹਦੇ ਨਾਲ ਜਿਹੜਾ ਹੈ ਆਮ ਮਸੀਹੀ ਜਿਹੜਾ ਹੈ, ਕਿਉਂਕਿ ਪਾਕਿਸਤਾਨੀ ਕ੍ਰਿਸਚੀਅਨਸ ਕੰਸਰਨਸ ਇੰਟਰਨੈਸ਼ਨਲ ਹੈ, ਅਗਰ ਪਾਕਿਸਤਾਨੀ ਕ੍ਰਿਸਚੀਅਨ ਜਿਹੜਾ ਹੈ ਉਹਨੂੰ ਆਮ ਤੌਰ ਤੇ ਇਹਦਾ ਫਾਇਦਾ ਕਿਸ ਤਰ੍ਹਾਂ ਹੋਏਗਾ? ਜੀ ਉਹਨੂੰ ਆਮ ਫਾਇਦਾ ਇਸ ਤਰ੍ਹਾਂ ਹੋਏਗਾ ਕਿ ਜਿਸ ਤਰ੍ਹਾਂ ਫਰਜ਼ ਕਰ ਲਓ
ਕਿ ਸਾਡੇ ਪਲਾਨਸ ਨੇ, ਜਿਵੇਂ ਅਸੀਂ ਸੈਂਸਸ ਤੇ ਕੰਮ ਕਰਨਾ ਚਾਹੁੰਦੇ ਹਾਂ, ਨੰਬਰ ਟੌਪ ਆਫ ਦੀ ਲਿਸਟ ਜਿਹੜਾ ਉਹ ਸੈਂਸਸ ਨੇ, ਫਿਰ ਰਿਲੀਜੀਅਸ ਹੈ, ਫਿਰ ਉਹਦੇ ਬਾਅਦ ਪੋਲੀਟੀਕਲ ਹੈ। ਤੇ ਇਸ ਤਰ੍ਹਾਂ ਇਹਨੂੰ ਕਰਾਂਗੇ ਅਸੀਂ ਕਿ ਫਰਜ਼ ਕਰ ਲਓ ਸਾਡੇ ਜਿਹੜੇ ਪ੍ਰੋਪਰਲੀ ਮੈਨੇਜ ਹੋ ਜਾਂਦਾ ਹੈ, ਸਾਰੇ ਗ੍ਰਾਸ ਰੂਟ ਲੈਵਲ ਤੇ ਲੋਕ ਸਾਡੇ ਨਾਲ ਵੋਲੰਟੀਅਰਸ ਆ ਜਾਂਦੇ ਨੇ, ਜਿਨ੍ਹਾਂ 'ਚ ਅਸੀਂ ਹਰ ਗਾঁव, ਹਰ ਸ਼ਹਿਰ, ਗਲੀ ਗਲੀ 'ਚ ਅਸੀਂ ਆਪਣੇ ਵੋਲੰਟੀਅਰਸ ਲਾਂਗੇ। ਫਿਰ ਜਦੋਂ ਵੋਲੰਟੀਅਰਸ ਸਾਡਾ ਸੈਟਅਪ ਕੰਪਲੀਟ ਹੋ ਜਾਏਗਾ, ਅਸੀਂ ਇੱਕ ਪ੍ਰੋਪਰ ਕੰਪਿਊਟਰਾਈਜ਼ਡ ਸਿਸਟਮ ਉਹਨਾਂ ਨੂੰ ਦਿਆਂਗੇ ਤੇ ਉਹਨਾਂ ਅੱਗੇ ਰਿਕੁਐਸਟ ਕਰਾਂਗੇ ਕਿ ਜਨਾਬੇ ਆਲਾ ਤੁਸੀਂ ਆਪਣੇ ਏਰੀਏ ਦਾ ਡਾਟਾ ਜਿਹੜਾ ਹੈ ਉਹ ਤੁਸੀਂ ਸਾਨੂੰ ਮੁਹੱਈਆ ਕਰਨਾ ਹੈ। ਉਹ ਸਾਡੇ ਵੋਲੰਟੀਅਰਸ ਸਾਨੂੰ ਦੱਸਣਗੇ ਕਿ ਸਾਡੇ ਇਲਾਕਿਆਂ 'ਚ ਕਿਹੜੇ ਲੋਕ ਨੇ ਜਿਹੜੇ ਇੰਤਹਾਈ ਕਾਬਿਲ ਨੇ, ਪੜ੍ਹੇ ਲਿਖੇ ਨੇ, ਕਿਹੜੇ ਲੋਕ ਨੇ ਜਿਹੜੇ ਅਨਪੜ੍ਹ ਨੇ, ਕਿਹੜੇ ਲੋਕ ਨੇ ਜਿਹੜੇ ਔਨ ਜੌਬਸ ਨੇ, ਕਿਹੜੇ ਲੋਕ ਨੇ ਜਿਹੜੇ ਬੇਰੁਜ਼ਗਾਰ ਨੇ, ਕਿਹੜੇ ਲੋਕ ਨੇ ਜਿਹੜੇ ਸਾਬੇ ਹੈਸੀਅਤ ਨੇ, ਤਾਂ ਕਿ ਸਾਡੇ ਕੋਲ ਕੰਪਲੀਟ ਡੇਟਾ ਆ ਜਾਏ। ਫਿਰ ਉਹਨਾਂ ਬੱਚਿਆਂ ਨੂੰ ਜਿਹੜੇ ਉਹ ਉੱਥੇ ਡਿਜ਼ਰਵਿੰਗ ਹੋਣਗੇ। ਜੀ ਅਸੀਂ ਖੁਦਾਵੰਦ ਦੇ ਫਜ਼ਲ ਨਾਲ ਬੜਾ ਅੱਛਾ ਸੈਟਅਪ ਹੈ ਤੇ ਸਾਡਾ ਜਿਹੜੇ ਐਗਜ਼ਿਸਟ ਅਸੀਂ ਕਰ ਰਹੇ ਹਾਂ, ਸਾਡੀ ਪੂਰੀ ਬਾਡੀ ਜਿਹੜੀ ਇੰਟਰਨੈਸ਼ਨਲ ਬਾਡੀ, ਉਹ ਜਨਾਬੇ ਆਲਾ ਯੂਰਪ 'ਚ, UK 'ਚ, ਜਰਮਨੀ 'ਚ, ਫਰਾਂਸ 'ਚ, ਬੈਲਜੀਅਮ 'ਚ, ਇਟਲੀ 'ਚ, ਨੈਦਰਲੈਂਡ 'ਚ, ਤੇ ਇਹ ਜਿਹੜੇ ਯੂਰਪ ਸੈਟਅਪ ਹੈ। ਜਦ ਕਿ ਆਸਟ੍ਰੇਲੀਆ, ਸਾਊਥ ਅਫਰੀਕਾ, ਨਿਊਜ਼ੀਲੈਂਡ ਤੇ ਉਹਦੇ ਬਾਅਦ ਮੁਹਤਰਮ ਅਮਰੀਕਾ ਦੀ ਬਹੁਤ ਸਾਰੀ ਸਟੇਟਸ ਦੇ ਵਿੱਚ ਸਾਡੇ ਸਾਰੇ ਲੋਕ ਮੌਜੂਦ ਨੇ ਕਿ ਜਿਹੜੇ ਅਸੀਂ ਸਾਰੇ ਰਲ ਕੇ ਸਾਰਾ ਕੁਝ ਕਰ ਰਹੇ, ਇੱਕ ਸੋਚ ਦੇ ਉੱਤੇ ਸਾਰੇ ਇਕੱਠੇ ਹਾਂ। ਤੇ ਮੈਂ ਉਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਜਿਹੜੇ ਸਾਡੇ ਸਾਰੇ ਇਹਨਾਂ ਮਮਾਲਿਕ ਦੇ ਦੋਸਤ ਹਮਤਨ ਗੋਸ਼ ਸਾਡੇ ਨਾਲ ਮੌਜੂਦ ਨੇ। ਜਦੋਂ ਉਹਨਾਂ ਨੂੰ PCCI ਦੀ ਜ਼ਰੂਰਤ ਪੇਸ਼ ਆਉਂਦੀ ਹੈ, ਉਹ ਬਿਲਕੁਲ ਇਸ ਤਰ੍ਹਾਂ ਅਲਰਟ ਹੁੰਦੇ ਨੇ ਕਿ ਸਿਰਫ ਉਹਨਾਂ ਨੂੰ ਇੱਕ ਇਸ਼ਾਰਾ ਕਰਨ ਦੀ ਜ਼ਰੂਰਤ ਹੈ ਤੇ ਉਹ ਬਿਲਕੁਲ ਹਾਜ਼ਰ ਹੁੰਦੇ ਨੇ। ਜੀ ਤੁਸੀਂ ਪਾਕਿਸਤਾਨ 'ਚ ਆਏ ਹੋ UK ਤੋਂ ਕਾਫੀ ਅਰਸੇ ਦੇ ਬਾਅਦ, ਤੁਸੀਂ ਇੱਕ ਸਾਬਕਾ MPA ਵੀ ਹੋ ਜੀ, ਤੁਸੀਂ ਪਾਕਿਸਤਾਨ ਦੀ ਸਿਆਸਤ ਨੂੰ ਸਮਝਦੇ ਹੋ ਜੀ, ਤੁਸੀਂ ਪਾਕਿਸਤਾਨ ਦੇ ਮਸਾਇਲ ਨੂੰ ਵੀ ਸਮਝਦੇ ਹੋ, ਪਰ ਮੌਜੂਦਾ ਮਸਾਇਲ ਦੇ ਵਿੱਚ ਸ਼ਾਇਦ ਤੁਹਾਡੀ ਨਜ਼ਰ ਦੇ ਵਿੱਚ ਗੁਜ਼ਰੇ ਹੋਣ ਸਾਡੇ ਦੋ ਮੌਜੂਦਾ ਵੱਡੇ ਮਸਾਇਲ ਨੇ। ਨੰਬਰ 1, ਅੱਜਕੱਲ ਜਬਰੀ ਮਜ਼ਹਬ ਦੀ ਤਬਦੀਲੀ ਦਾ ਬਿੱਲ ਔਰ ਅਰਲੀ ਏਜ ਮੈਰਿਜਸ ਜਿਹੜੇ ਨੇ ਔਰ ਅਗਵਾ ਵਗੈਰਾ ਦੇ ਜਿਹੜੇ ਸਾਡੀ ਬੱਚੀਆਂ ਦੇ ਨੇ, ਉਹਨਾਂ ਦਾ ਇੱਕ ਸਾਡਾ ਮਸਲਾ ਚੱਲ ਰਿਹਾ ਹੈ। ਤੁਸੀਂ ਉਹਦੇ ਅਗਰ ਤੁਸੀਂ ਆਗਾਹ ਹੋ ਤੇ PCCI ਦਾ ਜਿਹੜਾ ਨੁਕਤਾ ਨਜ਼ਰ ਉਹਦੇ ਬਾਰੇ ਕੀ ਹੈ? ਜੀ ਅਸੀਂ ਇਹਦੇ ਤੇ ਬੜੀ ਗਹਿਰਾਈ ਦੇ ਨਾਲ ਵੇਖ ਰਹੇ ਹਾਂ, ਲੇਕਿਨ ਇੱਕ ਚੀਜ਼ ਜਿਹੜੀ ਸਾਡੇ ਜ਼ਿਹਨ 'ਚ ਉਹ ਇਹ ਵੇ ਕਿ ਮੁਹਤਰਮ 70 ਸਾਲ ਹੋ ਗਏ ਨੇ, ਇਹ ਕੋਈ ਅੱਜ ਕੰਮ ਨਵਾਂ ਨਹੀਂ ਹੈ ਕਿ ਸਾਡੀ ਬੱਚੀਆਂ ਨੂੰ ਅਗਵਾ ਕੀਤਾ ਜਾਂਦਾ ਹੈ, ਉਹਨਾਂ ਨੂੰ ਜਬਰੀ ਜਿਹੜਾ ਮਜ਼ਹਬ ਤਬਦੀਲ ਕਰਾਇਆ ਜਾਂਦਾ ਹੈ। ਇਹ ਅੱਜ ਤੋਂ ਨਹੀਂ ਹੈ, ਇੱਕ ਅਰਸਾ ਜਦੋਂ ਦਾ ਮਤਲਬ ਇਹ ਕਿ ਪਾਕਿਸਤਾਨ ਬਣਿਆ ਹੈ ਉਦੋਂ ਤੋਂ ਸਾਡੇ ਪਿੰਡਾਂ ਥਾਵਾਂ ਤੇ ਜਿੱਥੇ ਵੀ ਇਹਨਾਂ ਦਾ ਜ਼ੋਰ ਚੱਲਦਾ ਉਹ ਕਰਦੇ ਨੇ। ਤੇ ਲੇਕਿਨ ਪਹਿਲਾਂ ਇਹ ਚੀਜ਼ਾਂ ਇੰਨੀਆਂ ਜ਼ਿਆਦਾ ਸਾਹਮਣੇ ਫਰੰਟ ਤੇ ਨਹੀਂ ਸਨ ਆਉਂਦੀਆਂ, ਜਦ ਕਿ ਮੀਡੀਆ ਦੀ ਵਜ੍ਹਾ ਨਾਲ ਅੱਜ ਇਹ ਚੀਜ਼ਾਂ ਬਿਲਕੁਲ ਫਰੰਟ ਤੇ ਆ ਗਈਆਂ ਨੇ, ਜਿਹਦੀ ਵਜ੍ਹਾ ਨਾਲ ਅਸੀਂ ਸਾਰੇ ਦੇ ਸਾਰੇ ਪੂਰੀ ਕਮਿਊਨਿਟੀ ਬੜੇ ਇਸ ਟਾਈਮ ਫਰਸਟ੍ਰੇਟਡ ਆ, ਬੜੇ ਪਰੇਸ਼ਾਨ ਆ ਕਿ ਇਹ ਸੂਰਤ ਹਾਲ ਕੀ ਹੈ। ਲੇਕਿਨ ਮੈਂ ਇਹ ਸਮਝਣਾ ਕਿ ਇਹ ਚੀਜ਼ਾਂ ਜਿਹੜੀਆਂ ਨੇ ਕੰਟਰੋਲ ਇੱਕ ਸੂਰਤ ਵਿੱਚ ਹੋ ਸਕਦੀਆਂ ਨੇ ਕਿ ਅਸੀਂ ਇਹਦੇ ਤੇ ਫੌਰੀ ਐਕਸ਼ਨ ਜਿਹੜਾ, ਬਹੁਤ ਸਾਰੀਆਂ ਸਾਡੀਆਂ ਪਾਰਟੀਆਂ ਨੇ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਪ੍ਰੋਟੈਸਟ ਵੀ ਕੀਤੇ ਨੇ, ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਜਿਹੜਾ ਇਹਨੂੰ ਕਵਰ ਕਰ ਸਕੀਏ, ਕਿਸੇ ਤਰੀਕੇ ਨਾਲ ਅਸੀਂ ਆਪਣੀ ਆਵਾਜ਼ ਬੁਲੰਦ ਕਰ ਸਕੀਏ। ਲੇਕਿਨ PCCI ਜਿਹੜੀ ਹੈ ਉਹਨੇ ਹਾਲੇ ਤੱਕ ਇਹਦੇ ਤੇ ਕੋਈ ਐਕਸ਼ਨ ਨਹੀਂ ਕੀਤਾ। ਕਿਉਂ ਨਹੀਂ ਕੀਤਾ? ਉਹਦੀ ਇੱਕ ਵਜ੍ਹਾ ਹੈ ਕਿ ਗੱਲਾਂ ਉਹ ਹੀ ਨੇ ਜਿਹੜੀਆਂ ਸਾਰੀਆਂ ਸਾਡੇ ਦੀਗਰ ਲੋਕ ਕਰ ਰਹੇ ਨੇ, ਲੇਕਿਨ PCCI ਚੂੰਕਿ ਗ੍ਰਾਸ ਰੂਟ ਤੋਂ ਕੰਮ ਕਰਨਾ ਚਾਹ ਰਹੀ ਹੈ, ਇਸ ਲਈ PCCI ਚਾਹ ਰਹੀ ਕਿ ਇਹ ਸਾਰੇ ਲੋਕਾਂ ਨੂੰ ਅਸੀਂ ਇਕੱਠਾ ਕਰੀਏ ਤੇ ਉਹਦੇ ਬਾਅਦ ਜਿਹੜਾ ਹੈ ਇਹਨੂੰ ਅਸੀਂ ਬਿਲਕੁਲ ਪ੍ਰੋਪਰ ਤਰੀਕੇ ਦੇ ਨਾਲ ਇਹਨੂੰ ਮੈਨੇਜ ਕਰੀਏ। ਫਿਰ ਗਵਰਨਮੈਂਟ ਨਾਲ ਜਦੋਂ ਸਾਡੀ ਇੱਕ ਪਹਿਚਾਣ ਬਣ ਜਾਏਗੀ PCCI ਦੀ, ਜਦੋਂ ਲੋਕ ਸਾਡੇ ਨਾਲ ਇਕੱਠੇ ਹੋ ਜਾਣਗੇ, ਜਦੋਂ ਹੀ ਇੱਕ ਪਲੇਟਫਾਰਮ ਤੇ ਆ ਜਾਣਗੇ, ਫਿਰ ਗਵਰਨਮੈਂਟ ਨੂੰ ਰਿਕਗਨਾਈਜ਼ ਕਰਾ ਸਕਾਂਗੇ ਕਿ ਜਨਾਬ ਸਾਡਾ ਕੋਈ ਵਜੂਦ ਹੈ। ਜਿੰਨੀ ਦੇਰ ਤੱਕ ਅਸੀਂ ਆਪਣਾ ਵਜੂਦ ਨਾ ਹੀ ਜ਼ਾਹਿਰ ਕਰ ਸਕੀਏ, ਅਸੀਂ ਇਹਨਾਂ ਮਾਮਲਾਂ ਦੇ ਉੱਤੇ ਕਾਬੂ ਨਹੀਂ ਪਾ ਸਕਦੇ। ਵਜ੍ਹਾ ਕੀ ਹੈ ਕਿ ਹੁਣ ਇਸ ਤਰ੍ਹਾਂ ਹੁੰਦਾ ਹੈ, ਜਿਹੜੀ ਗਵਰਨਮੈਂਟ ਹੁੰਦੀ ਹੈ ਕਿਸੇ ਸਿਆਸੀ ਪਾਰਟੀ ਦੀ, ਉਹ ਗਵਰਨਮੈਂਟ ਬਣੀ ਹੁੰਦੀ ਹੈ ਤੇ ਉਹ ਆਪਣੇ ਨੁਮਾਇੰਦਿਆਂ ਦੇ ਥਰੂ ਕੋਸ਼ਿਸ਼ ਕਰਦੇ ਨੇ ਕਿ ਅਸੀਂ ਕੰਮ ਕਰੀਏ, ਗੱਲ ਕਰੀਏ। ਜੇ ਕੋਈ ਦੂਸਰਾ ਗੱਲ ਕਰੇ, ਕਿਉਂਕਿ ਅਸੀਂ ਸਾਰੇ ਜਿਹੜੇ ਹਾਂ ਬੇਸਿਕਲੀ ਇਹਨਾਂ ਪਾਰਟੀਆਂ 'ਚ ਵੰਡੇ ਹੋਏ ਹਾਂ, ਤੇ ਸਾਡੀ ਜੇ ਕੋਈ ਕਾਫ ਲੀਗ ਜਾਂ ਨੂਨ ਲੀਗ ਕੋਈ ਗੱਲ ਕਰਦੀ ਹੈ ਤੇ PPO ਦੀ ਉਹਦੇ ਖਿਲਾਫ ਜਾਂਦੀ ਹੈ। ਉਹ ਸਾਡੀ ਵਜ੍ਹਾ ਤੋਂ ਨਹੀਂ ਜਾਂਦੀ ਕਿ ਬਈ ਇਹ ਨੇ, ਉਹ ਆਪਣੀ ਪਾਰਟੀਆਂ ਦੀ ਵਜ੍ਹਾ ਤੋਂ ਜਾਂਦੀ ਹੈ। ਤੇ ਲੇਕਿਨ ਚੂੰਕਿ ਅਸੀਂ ਨੁਮਾਇੰਦਗੀ ਕਰ ਰਹੇ ਹਾਂ PP ਦੀ, ਅਸੀਂ ਨੁਮਾਇੰਦਗੀ ਕਰ ਰਹੇ ਹਾਂ PTI ਦੀ, ਅਸੀਂ ਨੁਮਾਇੰਦਗੀ ਕਰ ਰਹੇ ਹਾਂ ਮੁਹਤਰਮ ਨੂਨ ਲੀਗ ਦੀ, ਤੇ ਜਦੋਂ ਅਸੀਂ ਸਾਰੀਆਂ ਪਾਰਟੀਆਂ ਦੀ ਨੁਮਾਇੰਦਗੀ ਬਹਿਸਿਅਤ ਕ੍ਰਿਸਚਨ ਕਰ ਰਹੇ ਹਾਂ ਤੇ ਉਹ ਫਿਰ ਸਾਨੂੰ ਆਪਣੇ ਆਪਣੇ ਮੁਫਾਦ ਲਈ ਇਸਤੇਮਾਲ ਕਰਦੇ। ਜੀ ਮੈਂ ਉਹਦੇ ਬਾਰੇ ਇਹ ਕਹਾਂਗਾ, ਵੇਖੋ ਅਸੀਂ ਵੱਡੀਆਂ ਪਾਰਟੀਆਂ ਦੇ ਤਾਵਨ ਤੋਂ ਬਗੈਰ ਅਸੀਂ ਕੁਝ ਨਹੀਂ ਕਰ ਸਕਦੇ, ਠੀਕ ਹੈ। ਇਹ ਜਿਹੜੇ ਸਿਆਸੀ ਵਿੰਗਸ ਬਣੇ ਨੇ, ਉਹਨਾਂ ਸਿਆਸੀ ਵਿੰਗਸ ਦੀ ਹੈਸੀਅਤ ਕੋਈ ਨਹੀਂ, ਅਸੀਂ ਮੇਨ ਸਟ੍ਰੀਮ 'ਚ ਨਹੀਂ ਆਉਂਦੇ। ਕਿਉਂ? ਵਜ੍ਹਾ ਕੀ ਹੈ ਕਿ ਜਦੋਂ ਸਿਆਸੀ ਪਾਰਟੀਆਂ ਦੀਆਂ ਮੀਟਿੰਗਾਂ ਹੁੰਦੀਆਂ ਨੇ, ਹਾਈ ਲੈਵਲ ਦੀਆਂ ਉਹਨਾਂ ਦੀਆਂ ਮੀਟਿੰਗਸ ਹੁੰਦੀਆਂ ਨੇ, ਤਾਂ ਤੁਸੀਂ ਵੇਖੋ ਸਾਡੇ ਜਿਹੜੇ ਨੁਮਾਇੰਦੇ ਨੇ, ਸਿਆਸੀ ਨੁਮਾਇੰਦੇ,
ਉਹ ਉਹਨਾਂ ਮੀਟਿੰਗਸ ਦੇ ਵਿੱਚ ਨਹੀਂ ਹੁੰਦੇ। ਕਿਉਂ ਨਹੀਂ ਹੁੰਦੇ? ਕਿ ਉਹਨਾਂ ਦੇ ਕੋਈ ਡੈਜ਼ਿਗਨੇਸ਼ਨ ਨਹੀਂ ਉਹਨਾਂ ਦੇ ਕੋਲ। ਸਿਆਸੀ ਵਿੰਗ ਦੀ ਹੈਸੀਅਤ ਨਾਲ ਜੋ ਬਿਠਾ ਵੀ ਲੈਂਦੇ ਨੇ ਤੇ ਉਹ ਸਮਝ ਲਓ ਕਿ ਇੱਕ ਕਾਰਨਰ 'ਚ ਬੈਠੇ ਹੁੰਦੇ ਨੇ ਕਿ ਜੀ ਠੀਕ ਹੈ, ਇਹ ਜੀ ਤੁਹਾਡੇ ਸਿਆਸੀ ਅਗਲਾ ਸਵਾਲ, ਦੋਹਰੇ ਵੋਟ ਦੇ ਬਾਰੇ ਕੀ ਸੋਚਦੇ ਹੋ? ਦੋਹਰਾ ਵੋਟ ਇੱਕ ਬਹੁਤ ਅੱਛੀ ਚੀਜ਼ ਹੈ। ਵੇਖੋ, ਅਸੀਂ ਕੋਈ ਇਸ ਤਰ੍ਹਾਂ ਦੀ ਕੋਈ ਗੈਰ ਕਾਨੂੰਨੀ ਗੱਲ ਨਹੀਂ ਕਰਦੇ ਪਏ। ਜੇ ਅਸੀਂ ਵੇਖੀਏ ਤੇ ਆਪਣਾ ਕਸ਼ਮੀਰ ਦੇ ਵਿੱਚ ਆਜ਼ਾਦ ਕਸ਼ਮੀਰ ਦੇ ਵਿੱਚ ਜਿਹੜੇ ਸਾਡੇ ਨੇ ਉਹ ਦੋਹਰੇ ਵੋਟ ਦਾ ਹੱਕ ਹੈ ਉਹਨਾਂ ਕੋਲ, ਤੇ ਉਹ ਦੋਹਰਾ ਵੋਟ ਦਿੰਦੇ ਨੇ। ਉਹ ਸਿੰਧ ਦੇ ਵਿੱਚ ਬੈਠੇ ਲੋਕ ਜਿਹੜੇ ਨੇ ਉਹ ਵੀ ਵੋਟ ਇੱਧਰ ਵੀ ਕਰਦੇ ਨੇ ਉੱਧਰ ਵੀ ਕਰਦੇ ਨੇ, ਤੇ ਉਹਦੇ ਨਾਲ ਉਹਨਾਂ ਦੇ ਨੁਮਾਇੰਦਗੀ ਜਿਹੜੀ ਉਹ ਡਬਲ ਤਰੀਕੇ ਦੇ ਨਾਲ ਆ ਜਾਂਦੀ ਹੈ। ਸਿਲੈਕਸ਼ਨ ਜਿਹੜੀ ਉਹ, ਕਿਉਂਕਿ ਮੈਂ ਜਦੋਂ ਐਮਕੇਐਮ ਤੋਂ ਮੈਨੂੰ ਪਤਾ ਹੈ ਕਿ ਸਾਡੇ ਜਿਹੜੇ ਨੁਮਾਇੰਦੇ ਸਨ ਉਹ ਕਸ਼ਮੀਰ ਦੇ ਵਿੱਚ ਬਕਾਇਦਾ ਇਲੈਕਟ ਹੁੰਦੇ ਸਨ ਤੇ ਉਹ ਦੋਹਰੇ ਵੋਟ ਤੇ ਹੁੰਦੇ ਸਨ। ਤੇ ਜੇ ਅਸੀਂ ਬੀਇੰਗ ਕ੍ਰਿਸਚਨ ਅਸੀਂ ਰਿਕੁਐਸਟ ਕਰ ਰਹੇ ਹਾਂ ਕਿ ਜੀ ਸਾਨੂੰ ਦੋਹਰਾ ਵੋਟ ਦਿੱਤਾ ਜਾਏ, ਤੇ ਅਸੀਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਦੇ, ਬਲਕਿ ਮੈਂ ਕਹਿੰਦਾ ਕਿ ਬੇਸਿਕਲੀ ਸਾਨੂੰ ਜਿਹੜੀ ਵੀ ਕੋਈ ਸਿਆਸੀ ਸਿਸਟਮ ਦਿੱਤਾ ਜਾਂਦਾ, ਜਿਸ ਤਰ੍ਹਾਂ ਕਿ जुदागाना तर्ज इंतखाब है, जिस तरह के मशरूत तर्ज इंतखाब है, जिस तरह अजकल प्रोपोर्शनल सिस्टम दिता जाता है, ये सारे सानू तरीकाकार कोई भी दे देन, असी इत्थे मिनॉरिटी हाँ, सानू कुछ भी दे देन, असी उन्होंने लैन बिल्कुल हाजिर हाँ। चर्च का करैक्टर बड़ा अहम करैक्टर है सर। मैं ये कहना चाहांगा कि जे चर्च सिंसैरिटी दे नाल अगे बढ़े ते सारिਆਂ ਨੂੰ खुशदिली नाल तस्लीम करे। कैथलिक चर्च ये समझे कि जी प्रोटेस्टेंट चर्च ਜਿਹੜਾ ਸਾਡਾ ਭਰਾ ਹੈ, ਪ੍ਰੋਟੈਸਟੈਂਟਸ ਇਹ ਸਮਝੇ ਕਿ ਜੀ ਪ੍ਰੈਸਬੀਟੇਰੀਅਨ ਸਾਡੇ ਭਰਾ ਨੇ, ਅਸੀਂ ਸਾਰੇ ਖੁਦਾਵੰਦ ਯਿਸੂ ਦੇ ਫਾਲੋਅਰਸ ਹਾਂ। ਜਦੋਂ ਅਸੀਂ ਇਸ ਨੀਅਤ ਦੇ ਨਾਲ ਅੱਗੇ ਚੱਲੀਏ, ਆਪਣੀ ਜ਼ਾਤੀ ਹੈਸੀਅਤ ਨੂੰ ਖਤਮ ਕਰੀਏ, ਤੇ ਫਿਰ ਮੇਰਾ ਖਿਆਲ ਹੈ ਅਸੀਂ ਅੱਗੇ ਵੱਧ ਸਕਦੇ ਹਾਂ। ਸਾਨੂੰ ਇਹ ਛੱਡਣਾ ਪਏਗਾ ਕਿ ਅਸੀਂ ਸਿਰਫ ਜੀ ਅਸੀਂ ਪ੍ਰੋਟੈਸਟੈਂਟ ਹਾਂ, ਅਸੀਂ ਚਰਚ ਆਫ ਪਾਕਿਸਤਾਨ ਹਾਂ, ਅਸੀਂ ਕੈਥਲਿਕ ਚਰਚ ਹਾਂ, ਅਸੀਂ ਪ੍ਰੈਸਬੀਟੇਰੀਅਨ ਹਾਂ ਜਾਂ ਦੀਗਰ ਚਰਚਿਸ ਨੇ, ਇਹ ਸਾਨੂੰ ਛੱਡਣਾ ਪਏਗਾ। ਸਾਨੂੰ ਆਪਣੀ ਹੈਸੀਅਤ ਨਾਲ ਅਸੀਂ ਆਪਣੇ ਚਰਚਿਸ ਦੇ ਨਾਲ ਰਹੀਏ, ਲੇਕਿਨ ਦੀਗਰ ਨੂੰ ਜਿਹੜਾ ਅਸੀਂ ਤਸਲੀਮ ਕਰੀਏ ਕਮਿਊਨਿਟੀ ਲੈਵਲ ਤੇ, ਕ੍ਰਿਸਚੀਅਨਿਟੀ ਬੇਸ ਤੇ। ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਚਰਚ ਆਪਣਾ ਕੰਮ ਕਰੇ ਔਰ ਚਰਚ ਜਿਹੜਾ ਸਿਆਸਤ ਤੋਂ ਅਲੱਗ ਹੋ ਕੇ ਕੰਮ ਕਰੇ। ਜੀ ਬਿਲਕੁਲ ਮੈਂ ਇਹੀ ਕਹਿ ਰਿਹਾ, ਕਿਉਂਕਿ ਬਲਕਿ ਮੈਂ ਤਾਂ ਤਫਸੀਲ ਨਾਲ ਇਹ ਗੱਲ ਦੱਸੀ ਹੈ ਕਿ ਅਸੀਂ ਡਿਪਾਰਟਮੈਂਟ ਬਣਾਉਣਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਮੁਹਤਰਮ ਜਿਹੜੇ ਚਰਚ ਲੀਡਰਸ ਨੇ ਉਹ ਚਰਚ ਲੀਡਰਸ਼ਿਪ ਦਾ ਕੰਮ ਕਰਨ। ਵੇਖੋ ਸਾਨੂੰ ਬੜੀ ਅਸ਼ਦ ਜ਼ਰੂਰਤ ਹੈ ਇਸ ਗੱਲ ਦੀ। ਅੱਜ ਹਰ ਦੂਸਰੇ ਦਿਨ ਕੀ ਹੁੰਦਾ ਹੈ ਕਿ ਇੱਕ ਪਾਸਟਰ ਜਿਹੜਾ ਹੈ ਉਹ ਜਦੋਂ ਕੋਈ ਆਪਣੀ ਮਿਨਿਸਟਰੀ ਅਲੱਗਾ ਬਣਾਉਂਦਾ, ਆਪਣਾ ਚਰਚ ਅਲੱਗਾ ਬਣਾਉਂਦਾ, ਤੇ ਨਾਲ ਇੱਕ ਉਹਨਾਂ ਦੇ ਐਵੈਂਜਲਿਸਟ ਵੀ ਹੁੰਦਾ। ਉਹਨਾਂ ਦੇ ਕੋਲ ਫਰਜ਼ ਕਰੋ ਜੇ 100 ਲੋਕ ਜਿਹੜੇ ਨੇ, 100 ਫੈਮਲੀਜ਼ ਨੇ, ਤੇ 6 ਮਹੀਨੇ ਬਾਅਦ ਉਹ ਹੀ ਐਵੈਂਜਲਿਸਟ ਜਿਹੜਾ ਹੈ ਉਹ ਆਪਣੇ ਆਪ ਨੂੰ ਪਾਦਰੀ ਡਿਕਲੇਅਰ ਕਰ ਦਿੰਦਾ, ਤੇ ਉਹ 100 ਦੇ ਵਿੱਚੋਂ 50 ਹੋਰ ਲੋਕ ਜਿਹੜੇ ਨੇ ਉਹ ਉਹਨਾਂ ਫੈਮਲੀਜ਼ ਨੂੰ 50 ਨੂੰ ਆਪਣੇ ਨਾਲ ਲਾ ਦਿੰਦਾ, ਤੇ ਉਹ ਉਹਨਾਂ ਨੂੰ ਦੱਸਦਾ ਕਿ ਜਨਾਬ ਹੁਣ ਮੈਂ ਆਪਣਾ ਚਰਚ ਬਣਾ ਲਿਆ, ਸੌਰੀ ਮੈਂ ਤੁਹਾਡੇ ਨਾਲ ਕੰਮ ਨਹੀਂ ਕਰ ਸਕਦਾ, ਤੇ ਅਸੀਂ ਡਿਵਾਈਡ ਹੋ ਜਾਂਦੇ ਹਾਂ। ਅਸੀਂ 100 ਦੀ ਬਜਾਏ 50 ਫੈਮਲੀਆਂ। ਮੁਸਲਸਲ ਇਹ ਤਰੀਕਾਕਾਰ ਜਿਹੜਾ ਸਾਨੂੰ ਤਬਾਹ ਤੇ ਬਰਬਾਦ ਕਰਦਾ ਪਿਆ। ਇਹਦੀ ਇੱਕ ਪਾਲਿਸੀ ਹੋਣੀ ਚਾਹੀਦੀ ਹੈ, ਤੇ ਉਹ ਪਾਲਿਸੀ ਕੌਣ ਬਣਾਏਗਾ? ਤੁਹਾਡੀ ਰਿਲੀਜੀਅਸ ਕਮੇਟੀ ਬਣਾਏਗੀ। ਤੁਹਾਡੀ ਰਿਲੀਜੀਅਸ ਕਮੇਟੀ ਦੀ ਜ਼ਰੂਰਤ ਇਸ ਗੱਲ ਦੀ ਹੈ ਕਿ ਇਹਨਾਂ ਸਾਰੀਆਂ ਚਰਚਿਸ ਦੇ ਮੁਸ਼ਤਮਿਲ ਇੱਕ ਮਸੀਹੀ ਨਜ਼ਰਿਆਤੀ ਕਾਉਂਸਲ ਬਣੇ। ਉਹ ਮਸੀਹੀ ਨਜ਼ਰਿਆਤੀ ਕਾਉਂਸਲ ਗਵਰਨਮੈਂਟ ਨੂੰ ਜਿਹੜਾ ਰਾਬਤਾ ਕਰੇ। ਅਸੀਂ ਗਵਰਨਮੈਂਟ ਨਾਲ ਰਾਬਤਾ ਕਰਕੇ ਤੇ ਉਸ ਮਸੀਹੀ ਨਜ਼ਰਿਆਤੀ ਕਾਉਂਸਲ ਦੇ ਪਲੇਟਫਾਰਮ ਦੇ ਉੱਤੇ ਕੋਈ ਵੀ ਲੈਜਿਸਲੇਸ਼ਨ ਹੁੰਦੀ ਹੈ ਤੇ ਉਹ ਜਿਹੜਾ ਫਿਰ ਇਹਨਾਂ ਨੂੰ ਰਾਬਤਾ ਕਰਨ, ਇਹਨਾਂ ਕੋਲੋਂ ਇਹਨਾਂ ਦੀ ਰਾਏ ਲਈ ਜਾਏ, ਤੇ ਇਹ ਰਾਏ ਦੇ ਉੱਤੇ ਜਿਹੜਾ ਕਿਸੇ ਕਿਸਮ ਦੀ ਲੈਜਿਸਲੇਸ਼ਨ ਜਿਹੜੀ ਹੈ ਉਹਨੂੰ ਕੰਪਲੀਟ ਕੀਤਾ ਜਾਏ। ਕਿਆ ਤੁਸੀਂ ਸਮਝਦੇ ਹੋ ਕਿ ਜਿਹੜਾ ਵਿਜ਼ਨ ਪੀਸੀਸੀਆਈ ਦਾ ਹੈ, ਸਾਰਿਆਂ ਦੇ ਇਕੱਠ ਦਾ ਜਿਹੜਾ ਵਿਜ਼ਨ ਹੈ, ਜਿਹੜਾ ਇਤਿਹਾਦ ਦਾ ਵਿਜ਼ਨ ਹੈ, ਬਕੌਲ ਮੈਨੂੰ ਜੋ ਸਮਝ ਆ ਰਹੀ ਹੈ, ਕਿਆ ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਸਾਰਾ ਤੁਹਾਡਾ ਵਿਜ਼ਨ ਹੈ ਇਹਨੂੰ ਕਿੰਨਾ ਟਾਈਮ ਲੱਗ ਸਕਦਾ? ਸਰ ਇਹ ਡਿਪੈਂਡ ਕਰਦਾ ਕਮਿਊਨਿਟੀ ਤੇ। ਹੁਣ ਵੇਖੋ ਸਾਡਾ ਤਜਰਬਾ ਹੈ ਇਸ ਗੱਲ ਦਾ ਕਿ 70 ਸਾਲਾਂ ਤੋਂ ਅਸੀਂ ਅੱਜ ਤੱਕ ਇਕੱਠੇ ਨਹੀਂ ਹੋ ਸਕੇ, ਠੀਕ ਹੈ। ਹੁਣ ਇਹ ਕੰਮ ਜਿਹੜਾ ਹੈ ਉਹ ਸਾਲਾਂ ਤੇ ਵੀ ਹੋ ਸਕਦਾ ਹੈ, ਇਹ ਕੰਮ ਜਿਹੜਾ ਹੈ ਉਹ ਦਿਨਾਂ ਤੇ ਵੀ ਹੋ ਸਕਦਾ ਹੈ। ਡਿਪੈਂਡ ਕਰਦਾ ਕਿ ਸਾਡੀ ਨੀਅਤ ਕੀ ਹੈ, ਅਸੀਂ ਇਸ ਗੱਲ ਨੂੰ ਤਸਲੀਮ ਵੀ ਕਰਦੇ ਹਾਂ ਕਿ ਨਹੀਂ ਕਰਦੇ, ਜਾਂ ਇਸ ਚੀਜ਼ ਨੂੰ ਜ਼ਰੂਰਤ ਮਹਿਸੂਸ ਕਰ ਰਹੇ ਹਾਂ ਕਿ ਨਹੀਂ ਕਰਦੇ ਕਿ ਸਾਨੂੰ ਇਹ ਸਾਰਾ ਕੰਮ ਜਿਹੜਾ ਉਹ ਕਰਨਾ ਚਾਹੀਦਾ ਹੈ, ਇੱਕ ਪਲੇਟਫਾਰਮ ਤੇ ਆਉਣਾ ਚਾਹੀਦਾ ਹੈ। ਜੇ ਇਹ ਕਮਿਊਨਿਟੀ ਚਾਹੇ, ਚਰਚਿਸ ਦੇ ਲੀਡਰਸ ਚਾਹਣ, ਤੇ ਅਸੀਂ ਇਹਨਾਂ ਹਫ਼ਤਿਆਂ 'ਚ ਤੇ ਮਹੀਨਿਆਂ 'ਚ ਇਹਨੂੰ ਕੰਪਲੀਟ ਕਰ ਸਕਦੇ ਹਾਂ। ਤੇ ਜੇ ਇਹ ਨਾ ਚਾਹਣ, ਤੇ ਜਿਸ ਤਰ੍ਹਾਂ ਦੀਗਰ ਲੋਕਾਂ ਨੂੰ ਮਤਲਬ ਹੈ ਕਿ ਉਹਨਾਂ ਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਨੇ, ਜੇ ਸਾਡੀਆਂ ਵੀ ਲੱਤਾਂ ਖਿੱਚਣਗੇ ਅਸੀਂ ਇਹਨੂੰ ਛੱਡਾਂਗੇ ਨਹੀਂ, ਲੇਕਿਨ ਫਿਰ ਇਹ ਸਾਲਾਂ ਤੇ ਮਹੀਤ ਹੋ ਜਾਏਗਾ। ਲੇਕਿਨ ਜਿੰਨੀ ਜਲਦੀ ਸਾਡੇ ਲੋਕ ਇਹਨੂੰ ਐਕਸੈਪਟ ਕਰਨਗੇ ਤੇ ਇਹਦੇ ਤੇ ਆਉਣਾ ਚਾਹਣਗੇ, ਉਨੀ ਜਲਦੀ ਅਸੀਂ ਇਹਨੂੰ ਕੰਪਲੀਟ ਕਰ ਸਕਦੇ ਹਾਂ। ਪੂਰੀ ਦੁਨੀਆ 'ਚ ਵੇਖਣ ਵਾਲੇ ਜਿਹੜੇ ਨੈਸ਼ਨਲ ਨਿਊਜ਼ ਦੇਖਣ ਵਾਲੇ ਨੇ, ਆਓ ਕਿਸੇ ਵੀ ਕਮਿਊਨਿਟੀ ਨਾਲ ਤਾਲੁਕ ਰੱਖਦੇ ਨੇ, ਜਿਹੜੇ ਸਾਡੇ ਵਿਊਅਰਸ ਨੇ ਔਰ ਨੈਸ਼ਨਲ ਨਿਊਜ਼ ਦੀ ਸਕਰੀਨ ਹਾਜ਼ਰ ਹੈ, ਕੋਈ ਖਾਸ ਪੈਗਾਮ ਜਿਹੜਾ ਪੀਸੀਸੀਆਈ ਦਾ ਚੇਅਰਮੈਨ ਜਿਹੜਾ ਹੈ ਉਹ ਆਪਣੇ ਤੌਰ ਤੇ ਦੇਣਾ ਚਾਹੁੰਦੇ ਹੋ? ਜੀ ਮੈਂ ਸਿਰਫ 2 ਲਫ਼ਜ਼ੀ ਪੈਗਾਮ ਦੇਣਾ ਚਾਹਨਾ ਕਿ ਖੁਦਾਰਾ ਚਰਚ ਲੀਡਰਸ, ਪੋਲੀਟੀਕਲ ਲੀਡਰਸ, ਸੋਸ਼ਲ ਲੀਡਰਸ, ਦੀਗਰ ਜਿਹੜੇ ਸਾਡੇ ਨੁਮਾਇੰਦਗਾਨ ਨੇ ਮਸੀਹੀ ਕਮਿਊਨਿਟੀ ਦੇ, ਉਹਨਾਂ ਅੱਗੇ ਇੱਕੋ ਹੀ ਗੁਜ਼ਾਰਿਸ਼ ਹੈ ਕਿ ਖੁਦਾ ਦੇ ਲਈ ਯੂਨਾਈਟ ਹੋ ਜਾਓ, ਯੂਨਿਟੀ ਤੇ ਕੰਮ ਕਰੋ, ਤੇ ਯੂਨਾਈਟ ਹੋ ਕੇ ਆਪਣੀ ਕੌਮ ਦੀ ਖਿਦਮਤ ਕਰੋ। ਆਪਣੀ ਜ਼ਾਤ ਨੂੰ ਲੈਸ ਕਰ ਦਿਓ। ਪੀਸੀਸੀਆਈ ਦੇ ਜ਼ਿੰਮੇਦਾਰਾਂ ਆਪਣੀ ਜ਼ਾਤ ਨੂੰ ਲੈਸ ਕਰ ਰਹੇ ਨੇ।
ਸਾਡੀ ਹੈਲਪ ਕਰੋ, ਸਾਡੇ ਨਾਲ ਖਲੋਵੋ। ਅਸੀਂ ਵਾਅਦਾ ਕਰ ਰਹੇ ਹਾਂ ਖੁਦਾ ਨੂੰ ਹੱਥ ਨਾਲ ਜਾਣ ਕੇ ਕਿ ਅਸੀਂ ਕਦੀ ਤੁਹਾਨੂੰ ਇਹ ਨਹੀਂ ਕਹਾਂਗੇ ਕਿ ਸਾਨੂੰ MPA ਬਣਾਓ, MNA ਬਣਾਓ, ਸੈਨੇਟਰ ਬਣਾਓ, ਅਸੀਂ ਨਹੀਂ ਕਹਾਂਗੇ। ਤੇ ਅਸੀਂ ਲੇਕਿਨ ਖਿਦਮਤ ਕਰਨਾ ਚਾਹੁੰਦੇ ਹਾਂ ਤੇ ਸਾਡੇ ਇਸ ਕੰਮ ਦੇ ਵਿੱਚ ਸਾਡੇ ਨਾਲ ਖਲੋਵੋ। ਬੇਸਿਕਲੀ ਲਾਹੌਰ ਦੇ ਵਿੱਚ ਅਸੀਂ ਜਿਹੜਾ ਇੱਕ PCCI ਦਾ ਹੈੱਡਕੁਆਟਰ ਬਣਾ ਰਹੇ ਹਾਂ ਜਾਂ ਮਤਲਬ ਬਣ ਰਿਹਾ ਹੈ, ਉਹਦੇ ਵਿੱਚ ਅਸੀਂ ਇਹ ਕਰਨ ਦੇ ਕਿ ਮੁਖਤਲਿਫ ਡਿਪਾਰਟਮੈਂਟਸ ਨੇ ਸਾਡੇ ਕੋਲ। ਜਿਸ ਤਰ੍ਹਾਂ ਕਿ ਚੇਅਰਮੈਨ ਸਾਹਿਬ ਨੇ ਦੱਸਿਆ ਕਿ ਤਕਰੀਬਨ 10 ਦੇ ਕਰੀਬ ਡਿਪਾਰਟਮੈਂਟਸ ਨੇ, ਉਹਦੇ ਵਿੱਚ ਮੁਖਤਲਿਫ ਚੀਜ਼ਾਂ ਜਿਹੜੀਆਂ ਨੇ, ਪੋਲੀਟੀਕਲ ਵਾਲੇ ਹੋ ਗਏ, ਸੋਸ਼ਲ ਵਾਲੇ ਹੋ ਗਏ, ਕਲਰਜੀ ਵਾਲੇ ਹੋ ਗਏ, ਬਾਕੀ ਜਿਹੜੇ ਨੇ ਸਪੋਰਟਸ ਦੇ ਹੋ ਗਏ, ਐਜੂਕੇਸ਼ਨ ਦੇ ਹੋ ਗਏ, ਉਹ ਸਾਰੇ ਦੇ ਸਾਰੇ ਜਿਹੜੇ ਡਿਪਾਰਟਮੈਂਟਸ ਨੇ, ਉਹਨਾਂ ਡਿਪਾਰਟਮੈਂਟਸ ਦੇ ਸਾਡੇ ਕੋਲ ਹੈੱਡ ਹੋਣ ਦੇ ਜਾਂ ਚੇਅਰਮੈਨ ਹੋਣ ਦੇ, ਤੇ ਉਹ ਚੇਅਰਮੈਨ ਜਿਹੜੇ ਨੇ ਉਹਨਾਂ ਦੇ ਨਾਲ ਅੱਗੇ ਇੱਕ ਪੂਰੀ ਟੀਮ ਹੋਵੇ ਦੀ, ਔਰ ਇਹ ਸਾਰੇ ਦੇ ਸਾਰੇ ਪ੍ਰੋਫੈਸ਼ਨਲ ਹੋਣ ਦੇ। ਜੇ ਫਰਜ਼ ਕਰੋ ਅਗਰ ਕਲਰਜੀ ਦਾ ਡਿਪਾਰਟਮੈਂਟ ਹੈ ਤਾਂ ਉਹਦੇ ਵਿੱਚ ਕਲਰਜੀ ਦੇ ਲੋਕੀ ਹੋਣ ਦੇ ਬੇਸਿਕਲੀ ਜਿਹੜੇ ਨੇ, ਵੀ ਤਾਂ ਕਿ ਉਹ ਜਿਹੜੇ ਨੇ ਉਹਦੇ ਬਾਰੇ ਦੇ ਵਿੱਚ ਜਿਹੜੀ ਪਾਲਿਸੀ ਬਣਾਉਣੀ, ਜਿਸ ਤਰ੍ਹਾਂ ਉਹਨਾਂ ਨੇ ਦੱਸਿਆ, ਤੇ ਉਹ ਪਾਲਿਸੀ ਬਣਾ ਸਕਣ ਕਿ ਵੀ ਕੀ ਸਾਡੇ ਪ੍ਰੋਬਲਮਸ ਕੀ ਨੇ। ਬੇਸਿਕਲੀ ਅਸੀਂ ਪ੍ਰੋਬਲਮਸ ਨੂੰ ਆਇਡੈਂਟੀਫਾਈ ਕਰਕੇ ਤੇ ਉਹਨਾਂ ਪ੍ਰੋਬਲਮਸ ਦਾ ਹੱਲ ਚਾਹੁੰਦੇ ਹਾਂ। ਅਸੀਂ ਸਿਰਫ ਵੈਸੇ ਆਮ ਮੀਟਿੰਗਾਂ ਜਾਂ ਆਮ ਗੱਲਬਾਤ ਨਹੀਂ ਚਾਹੁੰਦੇ। ਇਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਕਿ ਪੋਲੀਟੀਕਲ ਵਾਲੇ ਜਿਹੜੇ ਨੇ, ਪੋਲੀਟੀਕਲ ਵਾਲੇ ਵੀ ਆਪਣੇ ਸਾਰੇ ਪ੍ਰੋਬਲਮ ਦੱਸਣ ਦੇ, ਪਾਕਿਸਤਾਨ ਦੇ ਵਿੱਚ ਕੀ ਪ੍ਰੋਬਲਮਸ ਨੇ, ਤੇ ਫਿਰ ਉਹਨਾਂ ਦੇ ਹੱਲ ਵੀ ਦੱਸਣ ਦੇ ਕਿ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਅਚੀਵ ਕਰ ਸਕਦੇ ਹਾਂ, ਵੀ ਉਹ ਜਿਹੜਾ ਮਸਲਾ ਕੋਈ ਹੈ ਉਹਦਾ ਹੱਲ ਕੀ ਹੈ, ਤੇ ਉਸ ਨੂੰ ਫਿਰ ਅਸੀਂ ਉਸ ਤਰ੍ਹਾਂ ਚੱਲਾਂਗੇ। ਤੇ ਇਸ ਤਰ੍ਹਾਂ ਦਾ ਜਿਹੜਾ ਹੈ ਸੈਟਅਪ ਅਸੀਂ ਬਣਾਉਣਾ ਹਾਇਰਾਰਕੀ ਤੋਂ ਲੈ ਕੇ ਉੱਤੋਂ ਤੋਂ ਲੈ ਕੇ ਗ੍ਰਾਸਰੂਟ ਲੈਵਲ ਤੱਕ ਨੈਟਵਰਕ ਕੀ ਹੋਏਗਾ। ਬੇਸਿਕਲੀ ਜਿਹੜਾ ਇਹ ਅਸੀਂ ਬਣਾ ਰਹੇ ਹਾਂ, ਇੱਥੇ ਹੈੱਡਕੁਆਟਰ ਹੋਵੇਗਾ, ਫਿਰ ਅਸੀਂ ਪ੍ਰੋਵਿੰਸ਼ੀਅਲ ਲੈਵਲਸ ਤੇ ਵੀ ਹੈੱਡਕੁਆਟਰ ਇਹਦੇ ਬਣਾਉਣਾ ਚਾਹੁੰਦੇ ਹਾਂ, ਤੇ ਬਾਕੀ ਅੱਗੇ ਇਹਨੂੰ ਅਸੀਂ ਡਿਵੀਜ਼ਨਲ ਲੈਵਲ ਤੇ, ਫਿਰ ਉਸ ਤੋਂ ਬਾਅਦ ਡਿਸਟ੍ਰਿਕਟਸ ਲੈਵਲ ਤੇ, ਤਹਿਸੀਲ ਲੈਵਲ ਤੇ, ਤੇ ਥੱਲੇ ਯੂਨੀਅਨ ਕਾਉਂਸਲ ਟਾਈਪ ਜਾਂ ਵੀ ਥੱਲੇ ਪਿੰਡਾਂ ਤੱਕ ਅਸੀਂ ਪਹੁੰਚਣਾ ਚਾਹੁੰਦੇ ਹਾਂ, ਤੇ ਉਹ ਸਾਡੇ ਜਿਹੜੇ ਰੈਪਸ ਨੇ ਹਰ ਜਗ੍ਹਾ ਤੇ ਹੋਣ ਦੇ। ਤੁਸੀਂ ਸਮਝਦੇ ਹੋ ਕਿ ਇਹਦੇ 'ਚ ਜਿਹੜੀਆਂ ਤਨਜ਼ੀਮਾਂ ਤੁਸੀਂ ਸਿਆਸੀ ਤਨਜ਼ੀਮਾਂ ਜਾਂ ਸਮਾਜੀ ਤਨਜ਼ੀਮਾਂ ਨੂੰ ਆਪਣੇ ਨਾਲ ਜੋੜਦੇ ਪਏ ਹੋ, ਉਹ ਤੁਹਾਡਾ ਇੱਕ ਵਿੰਗ ਬਣ ਜਾਣਗੇ? ਨਹੀਂ, ਉਹ ਸ਼ਾਇਦ ਵਿੰਗ ਤਾਂ ਨਾ ਬਣਨ, ਲੇਕਿਨ ਇਹ ਕਿ ਉਹਨਾਂ ਨੂੰ ਅਸੀਂ ਉਹਨਾਂ ਦੀ ਇੰਡੀਪੈਂਡੈਂਟ ਜਿਹੜੀ ਐਂਟੀਟੀ ਹੈ ਜਾਂ ਜਿਹੜੀ ਉਹਨਾਂ ਦੇ ਆਪਣਾ ਜਿਹੜਾ ਵੀ ਇੰਡੀਵਿਜੂਅਲਿਟੀ ਉਹ ਅਸੀਂ ਮੇਨਟੇਨ ਰੱਖਣਾ ਚਾਹੁੰਦੇ ਹਾਂ, ਕਿ ਉਹ ਰਹਿਣ ਆਪਣੇ ਪਾਰਟੀਜ਼ ਹੀ ਰਹਿਣ, ਲੇਕਿਨ ਉਹ ਸਿਰਫ ਦੱਸਣ ਕਿ ਉਹ ਕਮਿਊਨਿਟੀ ਲਈ ਕਰਨਾ ਕੀ ਚਾਹੁੰਦੇ ਨੇ ਨਾ। ਅਸੀਂ ਉਹਨਾਂ ਦਾ ਜਿਹੜਾ ਉਹਨਾਂ ਨੇ ਬਣਾਇਆ, ਜਿਹੜਾ ਆਪਣਾ ਮੈਨੀਫੈਸਟੋ ਬਣਾਇਆ, ਤਾਂ ਉਹ ਦੱਸਣ ਕਿ ਜੀ ਅਸੀਂ ਇਹ ਕਰਨਾ ਚਾਹੁੰਦੇ ਹਾਂ, ਤਾਂ ਕਿ ਕੱਲ੍ਹ ਨੂੰ ਉਹਨਾਂ ਨੂੰ ਚੈੱਕ ਵੀ ਕੀਤਾ ਜਾ ਸਕੇ। ਜਾਂ ਅਸੀਂ ਜਿਹੜੀ ਕਮੇਟੀਆਂ ਬਣਾਵਾਂਗੇ, ਉਹ ਕਮੇਟੀਆਂ ਦੇ ਵਿੱਚ ਫਿਰ ਕੱਲ੍ਹ ਨੂੰ ਲੋਕੀ ਉਹਨਾਂ ਨੂੰ ਕਹਿ ਸਕਦੇ ਨੇ ਕਿ ਹਾਂਜੀ ਤੁਸੀਂ ਤਾਂ ਇਹ ਮੈਨੀਫੈਸਟੋ ਦਿੱਤਾ, ਤੇ ਹੁਣ ਤੁਸੀਂ ਇਸ ਆਪਣੇ ਮੈਨੀਫੈਸਟੋ ਤੋਂ ਹਟ ਰਹੇ ਜੇ, ਜਾਂ ਇਹ ਚੀਜ਼ਾਂ ਤੁਸੀਂ ਨਹੀਂ ਕਰ ਰਹੇ। PCCI अपना पहला सेक्रेटेरिएट जो लाहौर कि PCCI जैसे कट तो ਤੁਹਾਨੂੰ ਕੀ ਮਿਲਦਾ? बुनियादी तौर पे मेरा तो PCCI के साथ कोई ऐसा रिलेशन नहीं है, लेकिन जो इनके चेयरमैन हैं मिस्टर आसिफ साहब, स्टीफन आसिफ साहब, इनकी मेरे साथ बड़ी पुरानी रफाकत है। हम शुरू में 90s में हमने पाकिस्तान मिनार्टी फ्रंट मरहूम माइकल जावेद साहब के साथ मिलके हमने बहुत काम किया। तो अभी मैं 2017 में जब मैं लंदन विज़िट किया तो वहाँ मेरी इनसे मुलाकात हुई, तो इन्होंने इस बात का जिक्र किया कि ये काम हम करना चाहते हैं। तो मैं बीइंग अ क्रिश्चियन सोशल एक्टिविटीज़ एडवोकेट होते हुए मुझे, हम दोनों क्योंकि शुरू में बड़ा काम किया, तो हमारे अंदर एक कॉमन जो कंसर्न है वो ये है वेलफेयर ऑफ रिप्रेसिव कम्युनिटी, जो कि हमारे लोग बहुत मुश्किलात में ज़िंदगियाँ गुजारते हैं। उनके लिए अगर कोई भी हाथ बढ़ाता है आगे, तो मैं समझता हूँ बग़ैर उसकी कि हम उसके मेंबर हूँ या ना हूँ। बुनियादी तौर पे मैं कराची डायसिस चर्च ऑफ पाकिस्तान उनका लीगल एडवाइज़र भी हूँ, और उनकी जो एग्जेक्टिव है उसका मैं एक रुकन हूँ। इस तरह सीनियर चर्च ऑफ पाकिस्तान जो है उसमें भी मैं उनकी जो एग्जेक्टिव है, मॉडरेटर जनाब आज़ाद मार्शल साहब की सरबराही में काम कर रहा है, उसमें भी मैं उनकी एग्जेक्टिव में, सीनियर एग्जेक्टिव में भी एक मेंबर की हैसियत से काम कर रहा हूँ। तो वहाँ भी हमारा ये मकसद है, हमारा इनके साथ बैठने का, एक तो हमारी पुरानी रफाकत जो है वो है, दूसरा ये है कि अगर ये अच्छा काम, अच्छी सोच लेकर आए हैं तो हमें इनकी सोच को मजबूत करना है। हमें कहीं अगर हमारी एज ए हेल्पिंग हैंड हमारी ज़रूरत पड़ती है इनको, तो हम चर्च प्लेटफॉर्म से भी, मैं बात करूँगा कराची डायसिस की, तो उस प्लेटफॉर्म से भी हम इनके लिए हेल्पिंग हैंड के तौर पे जहाँ कहीं इन्हें हमारी ज़रूरत महसूस होगी, जो इन्होंने डिपार्टमेंट सेक्शंस की बात की है, तो मैं क्योंकि वकालत के शोबे से मुंसलिक हूँ और पिछले 32 साल से, और सोशल लोगों में, गरीब लोगों में काम करना, एक हम डायसिस लेवल पे भी यही करना चाह रहे हैं, जो ये मकसद लेके आए हैं। इनका मुल्क गिर है और हम इसको अभी कराची के लेवल पे, बलूचिस्तान के लेवल पे
ہم کرنا چاہیں گے. تو میں یہ سمجھتا ہوں کہ اسٹیفن بھائی کا جذبہ بہت بہت بڑا جذبہ ہے اور بہت قابل قدر ہے. اور میں دعا گو ہوں کہ جس طرح یہ انہوں نے سٹارٹ لیا پنجاب سے. پنجاب دیکھیں ایک بڑا علاقہ ہے ہمارا. ہماری جو مین پاپولیشن ہے ہماری کرسچنس کی وہ پنجاب میں ہے. تو انہوں نے بڑا اچھا فیصلہ کیا ہے کہ پنجاب سے یہ سٹارٹ لے رہے ہیں. میں یہی کہوں گا کہ ایک اچھی کاز کو لے کر آئیں آگے. یہ اس کاز کے لیے جب کبھی ان کو جس سٹیج پہ بھی جس طرح کی بھی ہم سے ضرورت پڑے گی ہم ان کے شان ہمشان آئیں. سب سے پہلے تو میں تھینکس فل ہوں نیشنل نیوز چینل کا کہ جنہوں نے مجھے یہ موقع فراہم کیا کہ میں اپنے جذبات پی سی سی آئی کے لیے اظہار کر سکوں. مجھے پی سی سی آئی کی جب پارلیمنٹ اس کی بنیاد رکھی گئی تو اسی وقت سے جب مجھے ویژن پتہ چلا تو اس میں مجھے سب سے جو اچھی بات لگی وہ یہی تھی کہ ہم اپنے کرسچن جو ڈپریس لوگ ہیں ان کے لیے کچھ کر پائیں. کیونکہ جب شروع سے ہم دیکھ رہے ہیں کہ بہت سارے ڈپارٹمنٹ میں جب ہم باہر جاتے ہیں لوگوں میں اٹھتے بیٹھتے ہیں تو ہم ڈپریس ہی رہتے ہیں. تو میں چاہتی ہوں کہ ہماری آنے والی نیو جنریشن جو ہے وہ ان چیزوں سے باہر آئے. اس کے لیے میں خود کراچی سٹی سے کوآرڈینیٹر بھی ہوں اور اس کے لیے ہم لوگ ڈفرینٹ جو نیو جنریشن کے ایجوکیٹڈ پیپل ہیں ان کے ساتھ ہم لوگ ڈسکس کرتے ہیں, بات کرتے ہیں, ان کو پی سی سی آئی کا ویژن بتاتے ہیں اور ان کو گائیڈنس دیتے ہیں کہ کس طرح سے ہم اس ڈپریس ماحول سے باہر آئیں اور اپنے لوگوں کو اب اچھے حالات میں لے کے آئیں. بطور لائر آپ پی سی سی آئی کو کیسے دیکھتی ہیں اور اس کی قانونی حیثیت کیا ہوگی؟ جی دیکھیں, جب ہم کانسٹیٹیوشنس پڑھتے ہیں تو کانسٹیٹیوشنس میں ہمارے جو فنڈامنٹل رائٹس ہیں اس میں منارٹیز کو بہت سارے رولز دیے گئے ہیں جس میں ان کو ایون کہ ان کے ریلیجن سے ریلیٹڈ چیزیں ہیں اور پھر آپ کہیں بھی اپنی مرضی سے آپ اسپیچ کر سکتے ہو. یہ کانسٹیٹیوشنس میں ہیں. یہ اگر ہم لاء کے حوالے سے دیکھیں تو ہم بالکل آزادانہ زندگی مطلب پاکستان میں رہتے ہوئے گزار سکتے ہیں, لیکن وہ سب چیزیں پریکٹیکلی نہیں ہیں ہماری لائف میں. تو جب ہمیں یہ چیزیں پتہ چلتی ہیں, جب ہم پڑھتے ہیں تو ہم لوگ خود ایک دم سے حیران ہو جاتے ہیں کہ یہ سب چیزیں جب ہمارے پاس ہیں, ہمارے پاس یہ رائٹس ہیں, تو ہم کیوں نہیں ان کو اویل کر پاتے. جب ہم اپنی نیو جنریشن کو جا کے یہ ڈسکس کریں گے, ان کو بتائیں گے, ان کو کانفیڈنس دیں گے کہ بھئی آپ لوگ کیوں ڈپریس ہو, آپ باہر آؤ, اور جب ہمارے پاس یہ رائٹس ہیں تو ہم اپنے رائٹس کے لیے کھڑے ہوں. تو ایز اے لائر میں ان کو یہ سب ضرور ہیلپ کروں گی, گائیڈ کروں گی کہ ہمیں کسی سے ڈرنا نہیں ہے, ہمیں اپنے لیے خود اپنے لیے جنگ لڑنی ہے. آپ سمجھتے ہیں کہ کرسچن لائرز جو ہے جس طرح کلیپ کی طرز پہ جو لوگ ہیں اس طرح کی کوئی ایک جو ذیلی تنظیم جو ہے پی سی سی آئی بنائے گی تو کیا وہ لوگوں کے لیے مفت جو قانونی جو امداد ہے وہ فراہم کرے گی؟ جی دیکھیں, سب سے پہلے تو یہ ایک جذبات ہیں. اگر جو ہماری جو لائرس کمیونٹی ہیں اگر وہ صرف اپنے بارے میں سوچتے ہیں تو وہ کبھی اس میں ہیلپ آؤٹ نہیں کریں گے, لیکن اگر وہ اپنی کمیونٹی کے لیے, اپنے کرسچن لوگوں کے لیے دیکھتے ہیں تو وہ ضرور ہیلپ آؤٹ کریں گے. اور اس کے لیے پی سی سی آئی ضرور انہیں فنڈس فراہم کرے گی تاکہ وہ ان کو جہاں جس جگہ پہ ان کی ہیلپ ہو سکے وہ کریں اور وہ آگے بڑھتے چلے جائیں. پی سی سی آئی کے حوالے سے نیشنل نیوز کے لیے کوئی پیغام دینا چاہوں؟ جی, یہ نیشنل نیوز کا بہت اچھا قدم ہے کہ وہ انٹرنیشنلی جو ہے وہ پی سی سی آئی کے ویژن کو جس طرح سے ساری دنیا کو دکھا رہی ہیں. یہ اسی طرح سے آگے بھی اگر ان کو موقع ملے تو وہ اسی طرح سے پی سی سی آئی کے باقی کے جو پروگرامس ہیں یا جو وہ جس طرح سے کام کر رہے ہیں اپنے ملک میں یا انٹرنیشنلی بھی اس کو اسی طرح سے پروموٹ کرتی رہے. تھینک یو.